ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣੋਗੇ ਮਨਜੀਤ ਸਿੰਘ ਰਾਜਪੁਰਾ ਦੀ ਆਵਾਜ਼ ਵਿੱਚ ਕਹਾਣੀ ਸੱਚ ਦਾ ਨਿਤਾਰਾ। ਲਓ ਜੀ, ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਦੀ। ਕਹਾਣੀ ਦਾ ਨਾਂ ਹੈ ਸੱਚ ਦਾ ਨਿਤਾਰਾ। ਲਾਹੌਰ ਤੋਂ ਥੋੜ੍ਹੀ ਦੂਰ ਬਾਗਬਾਨਪੁਰੇ 'ਚ ਇੱਕ ਹਲਵਾਈ ਰਹਿੰਦਾ ਸੀ। ਕਹਿੰਦੇ ਬੜੀ ਵਧੀਆ ਮਠਿਆਈ ਬਣਾਇਆ ਕਰਦਾ ਸੀ ਉਹ। ਬੜੀ ਦੂਰ ਦੂਰ ਤੋਂ ਲੋਕ ਆਉਂਦੇ ਉਹਦੀ ਮਠਿਆਈ ਖਰੀਦਦੇ ਅਤੇ ਉਹ ਆਪਣੀ ਸਾਰੀ ਵਟਕ ਨੂੰ ਇੱਕ ਥੈਲੀ 'ਚ ਪਾ ਕੇ ਆਪਣੇ ਘਰੇ ਲੈ ਜਾਂਦਾ ਸੀ ਸ਼ਾਮ ਨੂੰ। ਇੱਕ ਦਿਨ ਸਵੇਰੇ ਜਦੋਂ ਉਸਨੇ ਆਪਣੀ ਦੁਕਾਨ ਖੋਲ੍ਹੀ ਤਾਂ ਦੋ ਫਕੀਰ ਉਹਦੀ ਹੱਟੀ ਦੇ ਅੱਗੇ ਆ ਬੈਠੇ। ਉਹਨਾਂ ਦੋਵਾਂ ਨੇ ਥੋੜ੍ਹੀ ਮਠਿਆਈ ਲੈ ਲਈ ਅਤੇ ਉੱਥੇ ਇੱਕ ਨੁੱਕਰ 'ਚ ਬਹਿ ਕੇ ਹੌਲੀ ਹੌਲੀ ਖਾਣ ਲੱਗ ਪਏ। ਪਰ ਉਹਨਾਂ ਦਾ ਸਾਰਾ ਜਿਹੜਾ ਧਿਆਨ ਸੀ ਉਹ ਉੱਥੇ ਦੁਕਾਨ 'ਤੇ ਆਉਂਦੇ ਗਾਹਕਾਂ ਵੱਲ ਰਿਹਾ ਅਤੇ ਉਹ ਮਨ 'ਚ ਹੀ ਹਿਸਾਬ ਲਾਉਂਦੇ ਰਹੇ ਕਿ ਕਿਹੜੇ ਗਾਹਕ ਨੇ ਕਿੰਨੇ ਪੈਸਿਆਂ ਦੀ ਮਠਿਆਈ ਲਈ ਹੈ। ਉਹਨਾਂ ਫਕੀਰਾਂ ਦੀ ਮਠਿਆਈ ਦਾ ਡੂਣਾ ਜਦੋਂ ਮੁੱਕ ਜਾਂਦਾ ਤਾਂ ਉਹ ਇੱਕ ਡੂਣਾ ਹੋਰ ਖਰੀਦ ਲੈਂਦੇ। ਉਹਨਾਂ ਵਿੱਚੋਂ ਜੇ ਕੋਈ ਫਕੀਰ ਹਾਜਤ ਪਾਣੀ ਲਈ ਪਰਾਂ ਜਾਂਦਾ ਤਾਂ ਦੂਜਾ ਫਿਰ ਗਾਹਕਾਂ ਵੱਲ ਟਿਕਟਿਕੀ ਲਗਾ ਕੇ ਰੱਖਦਾ ਅਤੇ ਮਨ ਹੀ ਮਨ ਹਿਸਾਬ ਕਰਦਾ ਰਹਿੰਦਾ। ਇਸ ਤਰ੍ਹਾਂ ਸਵੇਰ ਤੋਂ ਦੁਪਹਿਰ ਹੋ ਗਈ, ਦੁਪਹਿਰ ਤੋਂ ਤਰਕਾਲਾਂ ਹੋ ਗਈਆਂ। ਹਲਵਾਈ ਆਪਣੇ ਕੰਮ 'ਚ ਇੰਨਾ ਰੁੱਝਿਆ ਹੋਇਆ ਸੀ ਕਿ ਉਹਦਾ ਫਕੀਰਾਂ ਵੱਲ ਧਿਆਨ ਹੀ ਨਹੀਂ ਗਿਆ। ਜਦੋਂ ਹਨੇਰਾ ਪੈਣ ਲੱਗਾ ਤਾਂ ਹਲਵਾਈ ਨੇ ਦੁਕਾਨ ਬੰਦ ਕਰਤੀ ਅਤੇ ਆਪਣੀ ਸਾਰੀ ਵਟਕ ਥੈਲੀ 'ਚ ਪਾ ਕੇ ਘਰ ਨੂੰ ਤੁਰ ਪਿਆ। ਰਾਹ ਵਿੱਚ ਦੋ ਠੱਗ ਉਸ ਦਾ ਪਿੱਛਾ ਕਰਨ ਲੱਗੇ ਅਤੇ ਉਹਨਾਂ ਨੇ ਹਲਵਾਈ ਹੱਥੋਂ ਥੈਲੀ ਖੋਹ ਲਈ ਅਤੇ ਕਹਿਣ ਲੱਗੇ, ਬੱਲੇ ਓਏ, ਬੜਾ ਚਲਾਕ ਬਣਦਾ ਹੈ, ਸਾਡੀ ਥੈਲੀ ਚੁੱਕ ਕੇ ਤੁਰ ਪਿਆ। ਹਲਵਾਈ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ। ਉਹ ਥੈਲੀ ਨੂੰ ਘੁੱਟ ਕੇ ਫੜਦਾ ਕਹਿਣ ਲੱਗਾ, ਕਮਾਲ ਕਰਦੇ ਹੋ ਯਾਰ, ਇਹ ਰੁਪਏ ਤਾਂ ਮੇਰੇ ਨੇ, ਇਹ ਤਾਂ ਮੇਰੀ ਅੱਜ ਦੀ ਵਟਕ ਹੈ, ਤੁਸੀਂ ਕਿਵੇਂ ਇਸ ਥੈਲੀ ਦੇ ਮਾਲਕ ਬਣ ਰਹੇ ਹੋ ਬਈ, ਕਮਾਲ ਹੈ। ਹਲਵਾਈ ਦੇ ਠੱਗਾਂ 'ਚ ਝਗੜਾ ਵੱਧ ਗਿਆ ਅਤੇ ਲੰਘਦੇ ਲੰਘਾਉਂਦੇ ਹੋਰ ਲੋਕ ਵੀ ਇੱਥੇ ਆ ਇਕੱਠੇ ਹੋਏ। ਜਦੋਂ ਭੀੜ ਜੁੜ ਗਈ ਤਾਂ ਗੱਲ ਵੱਧ ਗਈ ਅਤੇ ਦੋਵੇਂ ਠੱਗ ਆਖਣ ਲੱਗੇ, ਭਾਈ ਜੇ ਥੈਲੀ ਹਲਵਾਈ ਦੀ ਹੈ ਤਾਂ ਇਹ ਦੱਸੇ ਕਿ ਇਹਦੇ 'ਚ ਕਿੰਨੇ ਰੁਪਏ ਨੇ। ਹਾਂ, ਲੋਕ ਵੀ ਕਹਿਣ ਲੱਗ ਪਏ, ਭਾਈ ਸਹੀ ਗੱਲ ਹੈ ਵੀ ਜੇ ਥੈਲੀ ਹਲਵਾਈ ਦੀ ਇਹਨੂੰ ਦੱਸਣਾ ਚਾਹੀਦਾ ਵੀ ਕਿੰਨੇ ਰੁਪਏ ਨੇ। ਹਲਵਾਈ ਕਹਿੰਦਾ, ਮੈਨੂੰ ਕੁਝ ਪਤਾ ਨਹੀਂ ਬਈ, ਮੈਂ ਤਾਂ ਇਹ ਜਾਣਦਾ ਕਿ ਇਸ ਥੈਲੀ ਵਿੱਚ ਮੇਰੀ ਅੱਜ ਦੀ ਵਟਕ ਹੈ, ਮੈਨੂੰ ਤਾਂ ਪਤਾ ਨਹੀਂ ਕਿ ਇਹ ਕਿੰਨੀ ਬਣਦੀ ਹੈ। ਦੋਵੇਂ ਠੱਗ ਕਹਿਣ ਲੱਗੇ, ਲੋਕੋ, ਕਹਿੰਦੇ ਜੇ ਇਸ ਦੀ ਥੈਲੀ ਹੋਵੇ ਤਾਂ ਦੱਸੇ, ਇਹ ਥੈਲੀ ਸਾਡੀ ਹੈ, ਅਸੀਂ ਦੱਸਦੇ ਹਾਂ ਇਹਦੇ 'ਚ ਕਿੰਨੇ ਰੁਪਏ ਨੇ, ਜੇ ਇੱਕ ਪੈਸੇ ਦਾ ਵੀ ਹੇਰ ਫੇਰ ਨਿਕਲਿਆ ਤਾਂ ਤੁਹਾਡੀਆਂ ਜੁੱਤੀਆਂ ਦਾ ਸਾਡਾ ਸਿਰ। ਫਿਰ ਉਹਨਾਂ ਉਂਗਲਾਂ 'ਤੇ ਹਿਸਾਬ ਕਰਕੇ ਦੱਸਿਆ, ਇਸ ਥੈਲੀ 'ਚ 20 ਰੁਪਏ, 20 ਤੋਂ ਉੱਪਰ 3 ਰੁਪਏ ਅਤੇ 38 ਪੈਸੇ ਨੇ। ਪਰ ਹਲਵਾਈ ਥੈਲੀ ਨੂੰ ਹੱਥ ਲਗਾਉਣ ਨਹੀਂ ਸੀ ਦਿੰਦਾ। ਅਖੀਰ ਮਾਮਲਾ ਪਿੰਡ ਦੇ ਪੰਚ ਕੋਲ ਗਿਆ। ਉਸਨੇ ਥੈਲੀ ਆਪਣੇ ਕੋਲ ਰੱਖ ਲਈ ਅਤੇ ਤਿੰਨਾਂ ਨੂੰ ਅਗਲੇ ਦਿਨ ਸਵੇਰੇ ਆਉਣ ਲਈ ਕਿਹਾ। ਅਗਲੇ ਦਿਨ ਪੰਚ ਤਿੰਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਲੈ ਗਿਆ ਅਤੇ ਉਸਨੇ ਸਾਰੀ ਗੱਲ ਮਹਾਰਾਜੇ ਨੂੰ ਦੱਸੀ। ਮਹਾਰਾਜੇ ਨੇ ਦੋਵਾਂ ਧਿਰਾਂ ਦੀ ਗੱਲ ਬੜੇ ਠਰੰਮੇ ਨਾਲ ਸੁਣੀ। ਹਲਵਾਈ ਨੇ ਆਪਣੀ ਗੱਲ ਮੁਕਾਉਂਦਿਆਂ ਕਿਹਾ, ਹਜ਼ੂਰ, ਇਸ ਥੈਲੀ ਵਿੱਚ ਮੇਰੀ ਕੱਲ੍ਹ ਦੀ ਸਾਰੀ ਵਟਕ ਏ, ਮੈਂ ਨਹੀਂ ਜਾਣਦਾ ਇਹ ਕਿੰਨੀ ਏ, ਪਰ ਇਹ ਹੈ ਮੇਰੀ। ਦੂਜੇ ਪਾਸੇ ਦੋਵਾਂ ਠੱਗਾਂ ਨੇ ਆਪਣੇ ਪੱਖ 'ਤੇ ਜ਼ੋਰ ਦਿੰਦਿਆਂ ਕਿਹਾ, ਹਜ਼ੂਰ, ਇਹ ਥੈਲੀ ਸਾਡੀ ਏ, ਇਸ ਵਿੱਚ 20 ਉੱਪਰ 3 ਰੁਪਏ ਅਤੇ 38 ਪੈਸੇ ਨੇ, ਗਿਣ ਕੇ ਵੇਖ ਲਓ। ਮਹਾਰਾਜੇ ਨੇ ਆਪਣੇ ਇੱਕ ਸੇਵਕ ਨੂੰ ਥੈਲੀ ਖੋਲ੍ਹ ਕੇ ਰੁਪਈਏ ਗਿਣਨੇ ਕਿਹਾ। ਥੈਲੀ ਵਿੱਚ ਪੂਰੇ 23 ਰੁਪਏ 38 ਪੈਸੇ ਨਿਕਲੇ। ਮਹਾਰਾਜੇ ਨੇ ਬੜੇ ਰੋਹਬ ਨਾਲ ਹਲਵਾਈ ਵੱਲ ਵੇਖਦਿਆਂ ਪੁੱਛਿਆ, ਸੱਚ ਸੱਚ ਦੱਸ ਬਈ, ਇਹ ਥੈਲੀ ਕਿਸ ਦੀ ਏ? ਹਲਵਾਈ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ, ਇਹ ਥੈਲੀ ਮੇਰੀ ਏ।
ਮਹਾਰਾਜ ਕਹਿਣ ਲੱਗੇ, ਤੂੰ ਕੀ ਕੰਮ ਕਰਦਾ ਏ? ਉਹ ਕਹਿੰਦਾ, ਹਜੂਰ ਮੈਂ ਮਠਿਆਈਆਂ ਤਲ ਕੇ ਵੇਚਦਾ ਹਾਂ। ਫਿਰ ਮਹਾਰਾਜੇ ਨੇ ਠੱਗਾਂ ਵੱਲ ਗੌਰ ਨਾਲ ਤੱਕ ਕੇ ਪੁੱਛਿਆ, ਤੁਸੀਂ ਦੋਵੇਂ ਕੀ ਕੰਮ ਕਰਦੇ ਹੋ? ਠੱਗ ਇਹ ਸਵਾਲ ਸੁਣ ਕੇ ਪਹਿਲਾਂ ਤਾਂ ਕੁਝ ਘਬਰਾ ਗਏ, ਪਰ ਉਹਨਾਂ ਵਿੱਚੋਂ ਇੱਕ ਜੋ ਜ਼ਿਆਦਾ ਚਲਾਕ ਸੀ ਕਹਿਣ ਲੱਗਾ, ਹਜੂਰ ਅਸੀਂ ਸਬਜ਼ੀ ਤੇ ਫਲ ਵੇਚਦੇ ਹਾਂ ਤੇ ਇਹ ਸਾਡੀ ਕੱਲ੍ਹ ਦੀ ਵਟਕ ਏ। ਮਹਾਰਾਜੇ ਨੇ ਉਸੇ ਵੇਲੇ ਆਪਣੇ ਇੱਕ ਸੇਵਕ ਨੂੰ ਭੇਜ ਕੇ ਗਰਮ ਪਾਣੀ ਦਾ ਪਤੀਲਾ ਮੰਗਵਾਇਆ। ਦਰਬਾਰੀ ਹੈਰਾਨ ਹੋ ਕੇ ਵੇਖਣ ਲੱਗੇ ਕਿ ਮਹਾਰਾਜਾ ਸਾਹਿਬ ਕੀ ਕਰਨ ਲੱਗੇ ਨੇ। ਜਦੋਂ ਗਰਮ ਪਾਣੀ ਆ ਗਿਆ ਤਾਂ ਮਹਾਰਾਜੇ ਨੇ ਇਸ ਪਾਣੀ ਵਿੱਚ ਥੈਲੀ ਦੇ ਸਾਰੇ ਪੈਸੇ ਉਲੱਦ ਦਿੱਤੇ। ਦੋਵੇਂ ਠੱਗ ਅਤੇ ਹਲਵਾਈ ਹੈਰਾਨੀ ਨਾਲ ਮਹਾਰਾਜੇ ਵੱਲ ਵੇਖ ਰਹੇ ਸਨ। ਪਤੀਲੇ ਦੇ ਗਰਮ ਪਾਣੀ ਵਿੱਚ ਜਦੋਂ ਸਿੱਕੇ ਘੁਲੇ ਤਾਂ ਉੱਪਰ ਤਿਰਬਲਾ ਥਿੰਦਾ ਜਿਹਾ ਆ ਗਿਆ। ਨਾਲ ਹੀ ਸਾਰੇ ਪਾਸੇ ਘਿਓ ਦੀ ਵਾਸ਼ਨਾ ਜਿਹੀ ਖਿੰਡ ਗਈ। ਮਹਾਰਾਜਾ ਸਮਝ ਗਿਆ ਕਿ ਇਹ ਥੈਲੀ ਅਤੇ ਉਸ ਵਿਚਲੇ ਰੁਪਈਏ ਹਲਵਾਈ ਦੇ ਨੇ। ਇਹ ਠੱਗ ਜਿਨ੍ਹਾਂ ਥੈਲੀ ਵਿਚਲੇ ਪੈਸਿਆਂ ਦੀ ਗਿਣਤੀ ਦਾ ਸਹੀ ਪਤਾ ਲਗਾ ਲਿਆ ਸੀ, ਹਲਵਾਈ ਤੋਂ ਥੈਲੀ ਇੱਥੇ ਆਉਣਾ ਚਾਹੁੰਦੇ ਸਨ। ਮਹਾਰਾਜਾ ਨੇ ਰੁਪਏ ਹਲਵਾਈ ਦੇ ਹਵਾਲੇ ਕਰਦਿਆਂ ਕਿਹਾ, ਇਹ ਰੁਪਏ ਤੇਰੇ ਨੇ, ਤੂੰ ਲੈ ਜਾ। ਫਿਰ ਮਹਾਰਾਜਾ ਨੇ ਠੱਗਾਂ ਨੂੰ ਘੂਰਦਿਆਂ ਕਿਹਾ, ਓਏ ਬਦਮਾਸ਼ੋ, ਸੱਚੋ ਸੱਚ ਦੱਸੋ ਕਿ ਅਸਲ ਗੱਲ ਕੀ ਏ? ਸੱਚ ਬੋਲਣ ਨਾਲ ਤੁਹਾਡੀ ਸਜ਼ਾ ਅੱਧੀ ਰਹਿ ਜਾਵੇਗੀ। ਜੇ ਸੱਚੀ ਗੱਲ ਨਾ ਦੱਸੀ ਤਾਂ ਮੈਂ ਤੁਹਾਨੂੰ ਭਾਰੀ ਸਜ਼ਾ ਦੇਵਾਂਗਾ। ਉਹਨਾਂ ਠੱਗਾਂ ਨੇ ਸਜ਼ਾ ਤੋਂ ਡਰਦਿਆਂ ਸਾਰੀ ਗੱਲ ਦੱਸ ਦਿੱਤੀ ਕਿ ਕਿਵੇਂ ਉਹ ਫਕੀਰ ਦਾ ਭੇਸ ਧਾਰ ਕੇ ਹਲਵਾਈ ਦੀ ਦੁਕਾਨ 'ਤੇ ਬੈਠ ਕੇ ਮਠਿਆਈ ਖਾਂਦੇ ਰਹੇ ਤੇ ਉਸ ਦੀ ਵੱਟਕ ਗਿਣਦੇ ਰਹੇ ਸਨ।